ਮੇਰੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਿੰਕੀ ਚੌਧਰੀ ਤੇ ਹੁਣ ਤੁਹਾਡੇ ਨਾਲ ਰੂਬਰੂ ਕਰਵਾ ਰਹੀ ਹਾਂ ਨਿਕਿਤ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਬਹੁਤ ਹੀ ਸੋਹਣੀ ਵੈਬ ਸੀਰੀਜ਼ ਤੁਹਾਡੀ ਆ ਰਹੀ ਹੈ 12 ਅਗਸਤ ਨੂੰ। ਥੈਂਕ ਯੂ ਸੋ ਮਚ। ਓਕੇ, ਜੇਕਰ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਜਿਵੇਂ ਮੈਂ ਟ੍ਰੇਲਰ ਵੇਖਿਆ ਮੈਂ ਫਸਟ ਆਫ ਆਲ ਆਪਾਂ ਆਬਜ਼ਰਵ ਹੀ ਕਰਦੇ ਹਾਂ ਕਿ ਇਹਦੇ ਵਿੱਚ ਕੀ ਕੰਟੈਂਟ ਨਵਾਂ ਆਪਾਂ ਨੂੰ ਮਿਲ ਰਿਹਾ ਹੈ, ਕਿਉਂਕਿ ਆਪਾਂ ਸਾਰੇ ਅੱਕ ਚੁੱਕੇ ਹਾਂ ਉਹੀ ਪੁਰਾਣਾ ਕੰਟੈਂਟ ਵੇਖ ਕੇ। ਤੁਹਾਡੇ ਰੋਲ ਦੀ ਜੇਕਰ ਗੱਲ ਕੀਤੀ ਜਾਵੇ ਬਹੁਤ ਇੱਕ ਡਿਫਰੈਂਟ ਰੋਲ ਹੈ, ਈਵਨ ਕਿ ਤੁਹਾਡੀ ਜੇ ਆਪਾਂ ਕਹਿ ਦਈਏ ਕਿ ਇੱਕ ਪਰਸਨੈਲਿਟੀ ਤੋਂ ਬਹੁਤ ਜ਼ਿਆਦਾ ਡਿਫਰੈਂਟ ਹੈ। ਸੋ ਇਹ ਚੀਜ਼ ਨੂੰ ਕੈਰੀ ਕਰਨਾ ਐਂਡ ਅਡੋਪਟ ਕਰਨਾ ਉਹ ਚੀਜ਼ਾਂ, ਕਿਉਂਕਿ ਕਿਹਾ ਵੀ ਜਾਂਦਾ ਕਿ ਨੈਗੇਟਿਵ ਚੀਜ਼ਾਂ ਥੋੜ੍ਹਾ ਜਿਹਾ ਜੇ ਪੋਜ਼ੀਟਿਵ ਬੰਦਾ ਉਹਨੂੰ ਕਰਨਾ ਅਬਜ਼ਰਵ ਕਰਨਾ ਥੋੜ੍ਹਾ ਟਫ ਹੋ ਜਾਂਦਾ। ਤੁਹਾਨੂੰ ਕਿਵੇਂ ਦਾ ਕਿੰਨੀ ਪ੍ਰੋਬਲਮ ਹੋਈ ਹੈ ਚੀਜ਼ਾਂ ਦੇ ਲਈ? ਡੈਫੀਨੇਟਲੀ ਅਗਮ ਟੋਟਲੀ ਡਿਫਰੈਂਟ ਆ ਟੂ ਨਿਕੀਤ, ਤੇ ਕਾਫੀ ਚੀਜ਼ਾਂ ਸੀਗੀਆਂ ਜਿਵੇਂ ਉਹਦੀ ਪਰਸਨੈਲਿਟੀ ਭਲੇ ਸਟਾਰਟਿੰਗ 'ਚ ਹੋਵੇ ਜਾਂ ਬਾਅਦ 'ਚੋਂ ਟ੍ਰਾਂਜੀਸ਼ਨ ਤੋਂ ਬਾਅਦ ਦੀ ਪਰਸਨੈਲਿਟੀ ਹੋਵੇ, ਉਹ ਟੋਟਲੀ ਡਿਫਰੈਂਟ ਆ। ਅਤੇ ਹਮੇਸ਼ਾ ਇੱਕ ਨਵਾਂ ਕੈਰੈਕਟਰ ਜਦ ਅਸੀਂ ਕਰਦੇ ਹਾਂ, ਜੋ ਵੀ ਅਸੀਂ ਪਹਿਲਾਂ ਕੀਤਾ ਉਹ ਸਭ ਭੁੱਲਣਾ ਪੈਂਦਾ ਤਾਂ ਕਿ ਉਹ ਚੀਜ਼ ਦੀ ਛਵੀ ਅੱਗੇ ਨਾ ਆਵੇ, ਹੈ ਨਾ। ਅਤੇ ਅਗਮ ਕਾਫੀ ਚੀਜ਼ਾਂ ਸੀਗੀਆਂ, ਬਟ ਆਈ ਫੀਲ ਆਹ ਜਰਨੀ ਮੈਂ ਸਭ ਤੋਂ ਜ਼ਿਆਦਾ ਇੰਜੋਏ ਕੀਤਾ ਹੈ ਅਗਮ 'ਤੇ ਕੰਮ ਕਰਨਾ, ਅਗਮ ਵਾਸਤੇ ਨਵੀਆਂ ਚੀਜ਼ਾਂ ਸਿੱਖਣਾ। ਮੈਂ ਸਮੋਕ ਕੀਤਾ ਹੈ ਇਸ ਵੈਬ ਸੀਰੀਜ਼ 'ਚ, ਅਤੇ ਸਮੋਕਿੰਗ ਸਿੱਖੀ ਆ ਮੈਂ ਸਪੈਸ਼ਲੀ ਵੈਬ ਸੀਰੀਜ਼ ਵਾਸਤੇ, ਉਹ ਇੱਕ ਚੀਜ਼ ਰਹੀ ਆ। ਫਿਰ ਸਾਡੇ ਵਰਕ ਕੰਡੀਸ਼ਨਸ ਕੁਛ ਇਹੋ ਜਿਹੇ ਸੀਗੇ ਕਿਉਂਕਿ ਅਸੀਂ ਰॉ ਲੋਕੇਸ਼ਨਸ 'ਚ ਜਾ ਕੇ ਸ਼ੂਟ ਕੀਤਾ ਹੈ ਨਾ, ਉਹ ਡਿਫਿਕਲਟੀਜ਼ ਸੀਗੀਆਂ। ਅਗਮ ਨੂੰ ਜਸਟਿਸ ਦੇਣਾ, ਕਿਉਂਕਿ ਅਗਮ ਹਰ ਥੋੜ੍ਹੇ ਦਿਨਾਂ ਬਾਅਦ ਨੋਟ ਇਵਨ ਥੋੜ੍ਹੇ ਦਿਨਾਂ ਬਾਅਦ ਹਰ ਰੋਜ਼ ਅਗਮ ਦੀ ਇੱਕ ਨਵੀਂ ਚੀਜ਼ ਮੇਰੇ ਸਾਹਮਣੇ ਆਉਂਦੀ ਸੀਗੀ ਕਿ ਅੱਛਾ ਅਗਮ ਦਾ ਆਹ ਲੇਅਰ ਵੀ ਆ, ਅੱਛਾ ਅਗਮ ਦਾ ਆਹ ਲੇਅਰ ਵੀ ਆ, ਅਤੇ ਰੋਜ਼ ਉਹ ਚੀਜ਼ ਨੂੰ ਇਨਹੈਂਸ ਕਰਦਾ ਜਾਂਦਾ ਸੀ ਅਗਮ ਦਾ ਕੈਰੈਕਟਰ। ਅਤੇ ਥਰੂ ਆਊਟ ਡਿਫਿਕਲਟ ਰਿਹਾ ਬਟ ਮੈਂ ਬਹੁਤ ਇੰਜੋਏ ਕੀਤਾ। ਓਕੇ, ਜੇਕਰ ਗੱਲ ਕੀਤੀ ਜਾਵੇ ਕਿ ਮਤਲਬ ਇਹ ਤੁਸੀਂ ਰੋਲ ਪਲੇ ਕੀਤਾ ਬਟ ਇੱਕ ਰਿਐਲਿਟੀ ਆਪਣੀ ਸੋਸਾਇਟੀ ਦੀ, ਬਟ ਜਿਹੜੇ ਆਪਣੇ ਪੰਜਾਬੀ ਫਿਲਮਾਂ ਨੇ ਉਹਦੇ ਵਿੱਚ ਜਿਵੇਂ ਨੀਰੂ ਬਾਜਵਾ ਕਹਿ ਲਵਾਂ, ਸਰਗੁਣ ਕਹਿ ਲਵਾਂ, ਵਟ ਐਵਰ ਜਿਹੜੀ ਵੀ ਹੀਰੋਇਨ ਹੈ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਜਾਂ ਫਿਰ ਆਈ ਕੈਂਡੀ ਦੇ ਲਈ, ਜਾਂ ਫਿਰ ਜੇ ਐਕਟਿੰਗ ਦੇ ਲਈ ਵੀ ਯੂਜ਼ ਕੀਤਾ ਜਾਂਦਾ ਯਾਰ ਉਹੀ 40s ਵਾਲਾ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ। ਬਟ ਤੁਹਾਨੂੰ ਇੱਕ ਨਵੇਂ ਮਤਲਬ ਕਿ ਸਬਜੈਕਟ ਦੇ ਲਈ ਪਿਕ ਕੀਤਾ ਗਿਆ, ਤੁਸੀਂ ਅੱਜ ਦੀ ਰਿਐਲਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਇਹਦੇ 'ਤੇ ਤੁਹਾਡੀ ਕੀ ਥਿੰਕਿੰਗ ਹੈ ਕਿ ਯਾਰ ਅੱਜ ਵੀ ਅਸੀਂ 40s ਦੇ ਵਿੱਚ ਹੀ ਚੱਲ ਰਹੇ ਹਾਂ ਪੰਜਾਬ? ਆਈ ਫੀਲ ਇਨੀਸ਼ੀਅਲੀ ਜਿਸ ਟਾਈਮ 'ਤੇ ਜਿਸ ਪੀਰੀਅਡ 'ਚ ਉਹ ਇੰਡਸਟਰੀ 'ਚ ਐਂਟਰ ਹੋਏ ਨੇ, ਜਦੋਂ ਉਹਨਾਂ ਨੇ ਆਪਣਾ ਸਫ਼ਰ ਸਟਾਰਟ ਕੀਤਾ, ਉਦੋਂ ਆਡੀਅנס ਇੰਨੀ ਐਕਸੈਪਟਿੰਗ ਸੀ ਨਹੀਂ ਕਿ ਤੁਸੀਂ ਉਹਨਾਂ ਦੇ ਅੱਗੇ ਜਾ ਕੇ ਰਿਐਲਿਟੀ ਰੱਖ ਦਿਓ ਕਿ ਆਹ ਤਾਂ ਹੁੰਦਾ ਅਤੇ ਉਹ ਐਕਸੈਪਟ ਕਰ ਲੂਗੇ। ਇਨਫੈਕਟ ਹਲੇ ਵੀ ਆਡੀਅנס ਇੰਨੀ ਐਕਸੈਪਟਿੰਗ ਨਹੀਂ ਹੈਗੀ। ਮੈਂ ਜਦ ਆਹ ਪ੍ਰੋਜੈਕਟ ਲਿੱਤਾ ਆਈ ਵਾਜ਼ ਐਪਰੀਹੈਂਸਿਵ, ਮੈਂ ਸੋਚ ਰਹੀ ਸੀ ਮੈਨੂੰ ਕਰਨਾ ਚਾਹੀਦਾ ਹੈ ਨਹੀਂ ਕਰਨਾ ਚਾਹੀਦਾ, ਮੇਰੇ ਅੱਡ ਰੀਜ਼ਨ ਸੀਗੇ ਸੋਚਣ ਦੇ। ਬਟ ਐਟ ਦ ਸੇਮ ਟਾਈਮ ਆਹ ਚੀਜ਼ ਵੀ ਇੱਕ ਸੀਗਾ ਕਿ ਬੈਕਫਾਇਰ ਕਰੂਗਾ, ਲੋਕ ਅਪਰੀਸ਼ੀਏਟ ਕਰੂਗੇ ਕਿ ਨੈਗੇਟਿਵ ਲੈ ਜੂਗੇ। ਹੁਣ ਕਿਉਂਕਿ ਲੋਕ ਕੰਟੈਂਟ ਦੇਖ ਰਹੇ ਨੇ ਉਹ ਜਿਹਾ, ਜਦੋਂ ਤੋਂ OTT ਦਾ ਇੱਕ ਐਰਾ ਸਟਾਰਟ ਹੋਇਆ ਉਹ ਇੰਜੋਏ ਕਰ ਰਹੇ ਆ OTT, ਭਾਵੇਂ ਅਸੀਂ ਹਿੰਦੀ ਲੈ ਲਈਏ ਜਾਂ ਇੰਗਲਿਸ਼ ਲੈ ਲਈਏ, ਇੰਨਾ ਕੰਟੈਂਟ ਲੋਕ ਪੈਂਡੈਮਿਕ 'ਚ ਦੇਖ ਚੁੱਕੇ ਆ, ਲੋਕਡਾਊਨ 'ਚ ਦੇਖ ਚੁੱਕੇ ਆ ਕਿ ਹੁਣ ਸਾਨੂੰ ਵੀ ਲੱਗਦਾ ਕਿ ਠੀਕ ਹੈ ਅਸੀਂ ਆਹ ਐਕਸਪੈਰੀਮੈਂਟ ਕਰ ਸਕਦੇ ਹਾਂ। ਬਟ ਪਹਿਲਾਂ ਮੈਨੂੰ ਲੱਗਦਾ ਉਹ ਐਕਸਪੋਜ਼ਰ ਹੀ ਨਹੀਂ ਸੀਗਾ, ਸਿਰਫ ਉਹ ਨੱਚਣਾ, ਗਾਣਾ, ਟੱਪਣਾ, ਹੱਸਣਾ, ਰੋਮਾਂਸ। ਆਈ ਲਵ ਰੋਮਾਂਟਿਕ ਫਿਲਮਸ, ਇਨਫੈਕਟ ਮੇਰਾ ਫੇਵਰੇਟ ਜਨਰ ਹੈ ਰੋਮਾਂਟਿਕ, ਸਪੈਸ਼ਲੀ ਜਦੋਂ ਉਹਦੇ ਵਿੱਚ ਟ੍ਰੈਜਡੀ ਹੋਵੇ। ਬਟ ਐਟ ਦ ਸੇਮ ਟਾਈਮ ਵਿਦ ਟਾਈਮ ਥਿੰਗਸ ਗਰੋ, ਉਵੇਂ ਟਾਈਮ ਨਾਲ ਚੀਜ਼ਾਂ ਵਧੀਆਂ ਨੇ, ਟਾਈਮ ਨਾਲ OTT ਪਲੈਟਫਾਰਮਸ ਆਏ ਨੇ, ਟਾਈਮ ਨਾਲ ਆਹ ਕੰਟੈਂਟ ਆਇਆ ਹੈ। ਐਂਡ ਆਈ ਫੀਲ ਲਾਈਕ ਮੈਂ ਅੱਜ ਦੀ ਐਕਟਰੈਸ ਹਾਂ ਜਿਹੜੀ ਹੁਣੀ ਜੇ ਸਟਾਰਟ ਹੋਈ ਆ, ਤਾਂ ਫॉर ਮਾਈ ਜਨਰੇਸ਼ਨ ਇਟਸ ਆਈ ਥਿੰਕ ਇਟ ਵਾਜ਼ ਈਜ਼ੀਅਰ ਫॉर ਮੀ ਟੂ ਟੇਕ ਅਪ ਦਿਸ ਰਿਸਕ, ਕਿਉਂਕਿ ਉਹਨਾਂ ਦੀ ਇੱਕ ਇਮੇਜ ਹੈਗੀ ਆ ਸਟਾਰਟਿੰਗ ਤੋਂ। ਉਹਨਾਂ ਵਾਸਤੇ ਜੇ ਉਹਨਾਂ ਨੇ ਕੁਛ ਇਹੋ ਜਿਹਾ ਕਰਨਾ ਹੋਵੇ ਉਹ ਉਹਨਾਂ ਵਾਸਤੇ ਹੋਰ ਜ਼ਿਆਦਾ ਡਿਫਿਕਲਟ ਹੋਊਗਾ। ਨਾਟ ਐਜ਼ ਪਰਫਾਰਮਰਸ, ਉਹ ਜੋ ਮਰਜ਼ੀ ਪਰਫਾਰਮ ਕਰੂਗੇ, ਆਈ ਨੋ ਦਿਲ ਕਿਲ ਇਟ, ਬਟ ਉਹ ਇਮੇਜ ਪੁਆਇੰਟ ਆਫ ਵਿਊ ਨਾਲ ਆਈ ਥਿੰਕ ਉਹਨਾਂ ਨੂੰ ਜ਼ਿਆਦਾ ਸੋਚਣਾ ਪਊਗਾ ਕਿ ਅਸੀਂ ਆਹ ਕਰੀਏ ਜਾਂ ਨਾ ਕਰੀਏ। ਐਂਡ ਅਗੇਨ ਆਈ ਡੋਂਟ ਥਿੰਕ ਕਿ ਸਿਰਫ ਉਹਨਾਂ ਨੂੰ ਐਜ਼ ਅ ਆਈ ਕੈਂਡੀ ਯੂਜ਼ ਕੀਤਾ ਜਾਂਦਾ। ਨੀਰੂ ਮੈਮ, ਸੋਨਮ ਬਾਜਵਾ, ਸਰਗੁਣ ਮਹਿਤਾ, Tanya, and we have so many amazing actresses. They've all contributed towards the industry in their own ways, ਜਿਸ ਕਰਕੇ ਇੰਡਸਟਰੀ 'ਚ ਐਡ ਔਨ ਹੀ ਹੋਇਆ ਹੈ, ਕੁਛ ਮਤਲਬ ਨੈਗੇਟਿਵ ਨਹੀਂ ਗਿਆ। ਓਕੇ, ਵੈਸੇ ਤੁਹਾਡੀਆਂ ਗੱਲਾਂ 'ਤੇ ਮਤਲਬ ਫਸਟ ਡਾਇਲੋਗ ਹੀ ਤੁਹਾਡੇ ਟ੍ਰੇਲਰ ਦਾ ਬਿਲਕੁਲ ਢੁੱਕਦਾ ਹੈ ਕਿ ਪਿਕ ਐਂਡ ਚੂਜ਼ ਤੁਸੀਂ ਕੀਤਾ ਹੈ, ਬਟ ਬਹੁਤ ਵਧੀਆ ਤੁਹਾਡਾ ਡਿਸੀਜ਼ਨ ਸੀਗਾ, ਤੁਸੀਂ ਇਹ ਚੀਜ਼ ਨੂੰ ਪਿਕ ਕੀਤਾ ਹੈ।
ਬਟ ਜੇ ਤੁਹਾਡੇ ਕੋਲ ਉਹੀ ਕਨਸੈਪਟ ਜਾਂ ਜੇ ਤੁਸੀਂ ਰੋਮਾਂਟਿਕ ਫਿਲਮ ਕਹਿ ਰਹੇ ਹੋ ਕਿ ਤੁਹਾਨੂੰ ਪਸੰਦ ਹੈ, ਜੇ ਉਹੀ ਜ਼ੋਨਰ ਤੁਹਾਨੂੰ ਬਾਰ-ਬਾਰ ਮਿਲਦਾ ਜਾਏਗਾ ਐਂਡ ਤੁਹਾਨੂੰ ਨਹੀਂ ਲੱਗਦਾ ਕਿ ਉਹੀ ਸੇਮ ਚਿਹਰੇ ਐਂਡ ਜੇ ਆਪਾਂ ਮਦਰ ਐਂਡ ਪੇਰੈਂਟਸ ਦਾ ਰੋਲ, ਉਹੀ ਸੇਮ ਕਰੈਕਟਰ, ਸੇਮ ਚਿਹਰੇ ਆਪਾਂ ਜਦੋਂ ਸਕਰੀਨ ਤੇ ਦੁਬਾਰਾ ਦੇਖਦੇ ਐਂਡ ਜਿਵੇਂ ਹੀ ਇਹ ਵੈਬ ਸੀਰੀਜ਼ ਦਾ ਮੈਂ ਟ੍ਰੇਲਰ ਵੇਖਿਆ, ਇਸ ਦੇ ਵਿੱਚ ਇਹ ਨਹੀਂ ਸੀਗਾ ਕਿ ਯਾਰ ਉਹੀ ਮਦਰ ਪੇਰੈਂਟਸ ਜੋ ਹਰ ਪੰਜਾਬੀ ਫਿਲਮ ਦੇ ਵਿੱਚ ਸੇਮ ਬਣੇ ਹੋਏ ਆ, ਡਿਫਰੈਂਟ ਸੀ। ਸੋ ਡਿਫਰੈਂਟ ਚੀਜ਼ਾਂ ਨਾਲ ਕੰਮ ਕਰਦੇ ਹੋਏ ਕਿਵੇਂ ਦਾ ਮਤਲਬ ਕਿ ਕੀ ਡਿਫਰੈਂਟ ਹੁੰਦਾ ਹੈ, ਕੀ ਆਬਜ਼ਰਵ ਕਰਦੇ ਹੋ ਜਾਂ ਤੁਸੀਂ ਕੀ ਡਿਫਰੈਂਟ ਸਿੱਖਦੇ ਹੋ? ਬੀਇੰਗ ਐਨ ਐਕਟਰ ਅਸੀਂ ਕ੍ਰੇਵ ਕਰਦੇ ਹਾਂ ਕਿ ਸਾਨੂੰ ਡਿਫਰੈਂਟ ਕਰਨ ਨੂੰ ਮਿਲੇ। ਸੇਮ ਚੀਜ਼ ਵਾਰ-ਵਾਰ ਕਰਾਂਗੇ ਤਾਂ ਉਹ ਇੱਕ ਜੌਬ ਵਾਲੀ ਫੀਲਿੰਗ ਆਉਣੀ ਸ਼ੁਰੂ ਹੋ ਜਾਏ। ਜਿਵੇਂ ਇੱਕ 9 to 5 ਜੌਬ ਹੁੰਦੀ ਹੈ ਤਾਂ ਰੋਜ਼ ਤੁਸੀਂ ਜਾਣਾ ਸੇਮ ਚੀਜ਼ ਕਰਨੀ, ਉਹਦੇ 'ਚ ਐਕਸਾਈਟਮੈਂਟ ਨਹੀਂ ਰਹਿੰਦੀ। ਵਟ ਆਈ ਲਵ ਅਬਾਊਟ ਐਕਟਿੰਗ ਇਜ਼ ਤੁਸੀਂ ਹਰ ਕੁਛ ਯੂ ਕੈਨ ਡੂ ਐਵਰੀਥਿੰਗ। ਤੁਸੀਂ ਕਰਨਾ ਚਾਹੋ ਤੁਸੀਂ ਬੰਦਾ ਵੀ ਬਣ ਸਕਦੇ ਹੋ, ਤੁਸੀਂ ਬੁੜੀ ਵੀ ਬਣ ਸਕਦੇ ਹੋ, ਤੁਸੀਂ ਜਵਾਕ ਵੀ ਬਣ ਸਕਦੇ ਹੋ। ਦੇयर इज नो ਲਿਮਿਟੇਸ਼ਨ ਟੂ ਐਨੀਥਿੰਗ। ਯੂ ਕੈਨ ਬੀ ਐਨੀ ਕੈਰੈਕਟਰ that is on earth। ਤੁਸੀਂ ਇਮੇਜਿਨ ਕਰਕੇ ਕੈਰੈਕਟਰਸ ਕ੍ਰੀਏਟ ਕਰਕੇ ਉਹ ਕਰ ਸਕਦੇ ਹੋ। ਆਹੀ ਸਭ ਤੋਂ ਐਕਸਾਈਟਿੰਗ ਚੀਜ਼ ਹੈ ਐਕਟਿੰਗ ਬਾਰੇ। ਤੇ ਜੇ ਐਕਟਿੰਗ 'ਚ ਆ ਕੇ ਮੈਂ ਉਹ ਐਕਸਾਈਟਮੈਂਟ ਹੀ ਇੰਜੋਏ ਨਹੀਂ ਕੀਤੀ, ਸਵਾਦ ਹੀ ਨਹੀਂ ਲਿੱਤਾ ਉਸ ਚੀਜ਼ ਦਾ, ਫਿਰ ਫਾਇਦਾ ਹੀ ਨਹੀਂ ਹੈ ਜੇ ਮੈਂ ਸੇਮ ਦਾਲ ਚਾਵਲ ਰੋਜ਼ ਕਰਨਾ ਹੈ। ਓਕੇ, ਤੁਸੀਂ ਕਹਿ ਰਹੇ ਹੋ ਕਿ ਐਕਟਿੰਗ ਲਾਈਨ ਤੁਹਾਨੂੰ ਪਸੰਦ ਆ, ਬਟ ਜੇ ਤੁਸੀਂ ਐਕਟਿੰਗ ਲਾਈਨ ਦੇ ਵਿੱਚ ਨਾ ਆਉਂਦੇ ਤਾਂ ਹੋਰ ਕੀ ਕਰਦੇ ਫਿਊਚਰ ਦੇ ਵਿੱਚ? ਆਈ ਹੈਵ ਅ ਪਲਾਨ ਆਫ ਬੀਇੰਗ ਅ ਪਾਇਲਟ, ਜੋ ਮੈਂ ਹੁਣ ਵੀ ਕਰੂੰਗੀ। ਆਈ ਵਾਂਟ ਟੂ ਡੂ ਮਾਈ PPL ਐਂਡ CPL। ਹਲੇ ਉਹ ਪੌਜ਼ ਤੇ ਆ ਥੋੜਾ ਜਿਹਾ ਕਿਉਂਕਿ ਮੈਂ ਇਸ ਤਰਫ ਫੋਕਸਡ ਹਾਂ, ਬਟ ਆਈ ਆਲਵੇਜ਼ ਵਾਂਟਡ ਟੂ ਬੀ ਅ ਪਾਇਲਟ ਵਿਦ ਐਨ ਐਕਟਰ। ਓ ਬਹੁਤ ਹੀ ਵਧੀਆ ਗੱਲ ਹੈ ਕਿ ਅਸੀਂ ਇੱਦਾਂ ਦੀ ਇੰਨੀ ਸੋਹਣੀ ਪਾਇਲਟ ਵੀ ਦੇਖਾਂਗੇ। ਬਟ ਜੇਕਰ ਗੱਲ ਕੀਤੀ ਜਾਵੇ, ਮੈਂ ਸੁਣਿਆ ਕਿ ਤੁਸੀਂ ਜ਼ਿਆਦਾ ਕਲੋਜ਼ ਰਹੇ ਹੋ, ਮੈਂ ਅੱਜ ਤੱਕ ਇੰਟਰੈਕਟ ਨਹੀਂ ਕੀਤਾ। ਨਿੱਜੇ ਦੇ ਬਾਰੇ ਇੱਕ ਗੱਲ ਸੁਣੀ ਹੈ ਮੈਂ ਫॉर ਮੀਡੀਆ ਸੋਰਸ ਕਿ ਉਹ ਜੇ ਆਪਾਂ ਉਹਨਾਂ ਨੂੰ ਕੋਈ ਕੁਐਸਚਨ ਪੁੱਟ ਕਰਦੇ ਹਾਂ, ਉਹ ਇੰਨਾ ਕੁ ਗੋਲ-ਮੋਲ ਕਰਦੇ ਕਿ ਅੱਗੇ ਤੁਹਾਨੂੰ ਹੀ ਉਹ ਕੁਐਸਚਨ ਪੁੱਟ ਕਰ ਦਿੰਦੇ। ਇਹ ਚੀਜ਼ ਰੀਅਲ ਹੈ? ਅਨਫੋਰਚੂਨੇਟਲੀ ਅਸੀਂ ਇੰਨਾ ਜ਼ਿਆਦਾ ਨਾ ਅਸੀਂ ਔਨ ਸਕਰੀਨ ਇਕੱਠੇ ਜ਼ਿਆਦਾ ਕੰਮ ਕੀਤਾ, ਨਾ ਸਾਡੇ 'ਚ ਇੰਨੀ ਜ਼ਿਆਦਾ ਇੰਟਰੈਕਸ਼ਨ ਹੋਈ ਹੈ। ਜਿੰਨੀ ਕੁ ਇੰਟਰੈਕਸ਼ਨ ਹੋਈ ਹੈ ਬਹੁਤ ਹੀ ਇੱਕ ਪੋਜ਼ੀਟਿਵ ਵਧੀਆ ਇੰਟਰੈਕਸ਼ਨ ਹੋਈ ਹੈ। ਪਲੱਸ ਇਹੋ ਜਿਹੇ ਟਾਈਮ 'ਤੇ ਹੋਈ ਆ ਜਦ ਹੀ ਵਾਜ਼ ਟੋਟਲੀ ਇਨਟੂ ਹਿਸ ਕੈਰੈਕਟਰ ਐਂਡ ਇੱਕ ਵਾਰ ਉਹ ਸੈੱਟ 'ਤੇ ਆਉਂਦੇ ਆ, ਫਿਰ ਉਹ ਸਿਰਫ ਤੇ ਸਿਰਫ ਆਪਣੇ ਸੀਨ ਦੇ ਬਾਰੇ ਸੋਚਦੇ ਆ ਅਤੇ ਟੇਕ ਦੇ ਬਾਰੇ ਸੋਚਦੇ ਆ, ਨਾ ਕਿਸੇ ਵੀ ਲੈਫਟ ਰਾਈਟ ਅਪ ਡਾਊਨ ਕਿਸੇ ਨਾਲ ਵੀ ਉਹ ਗੱਲਾਂ ਬਾਤਾਂ ਨਹੀਂ ਕਰਦੇ, ਨੋਟ ਇਵਨ ਹਿਸ ਫਰੈਂਡਸ ਔਰ ਟੀਮ ਜਿਹੜੀ ਉਹਨਾਂ ਨਾਲ ਰਹਿੰਦੀ ਆ। ਤਾਂ ਮੈਨੂੰ ਉਹ ਮੌਕਾ ਨਹੀਂ ਮਿਲਿਆ ਕਿ ਮੈਂ ਉਹਨਾਂ ਨਾਲ ਕਨਵਰਸੇਸ਼ਨ ਕਰ ਸਕਾਂ ਅਤੇ ਸਮਝ ਸਕਾਂ ਕਿ ਉਹ ਗੱਲ ਗੋਲ ਘੁਮਾਉਂਦੇ ਆ ਜਾਂ ਸਟ੍ਰੇਟ ਫੋਰਵਰਡ ਜਵਾਬ ਦਿੰਦੇ ਆ। ਤਾਂ ਸੌਰੀ ਇਹਦਾ ਜਵਾਬ ਮੈਂ ਨਹੀਂ ਦੇ ਸਕਦੀ। ਕੋਈ ਗੱਲ ਨਹੀਂ, ਉਹ ਤਾਂ ਅਸੀਂ ਹੁਣ ਉਹਨਾਂ ਨਾਲ ਇੰਟਰੈਕਟ ਕਰਾਂਗੇ, ਉਦੋਂ ਗੱਲ ਕਰ ਲਵਾਂਗੇ। ਜੇ ਮੈਂ ਤੁਹਾਡੇ ਰੋਲ ਦੀ ਗੱਲ ਕਰਾਂ ਕਿ ਇਹ ਰੋਲ ਸਿਰਫ ਇੱਕ ਡਰੱਗ ਦੇ ਜੋ ਐਡਿਕਟਡ ਹੋ ਚੁੱਕੀ ਹੈ ਕੁੜੀ ਜਾਂ ਚੰਡੀਗੜ੍ਹ ਤੋਂ ਮਤਲਬ ਪਿੰਡ ਤੋਂ ਚੰਡੀਗੜ੍ਹ ਆਈ ਹੈ ਉਹ ਵਿਗੜਦੀ, ਉਹ ਚੀਜ਼ ਤਾਂ ਨਹੀਂ ਲੱਗਦਾ। ਮੈਨੂੰ ਲੱਗਦਾ ਹੈ ਕਿ ਬਹੁਤ ਹੀ ਜਿਹੜੇ ਆਪਾਂ ਅੱਜ ਕੱਲ੍ਹ ਦੀ ਕੁੜੀਆਂ ਨੇ ਇੱਕ ਇਮੋਸ਼ਨਲ ਸਟੇਟ 'ਤੇ ਹੈ ਤੁਹਾਡਾ ਰੋਲ ਹੈ। ਸੋ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਯਾਰ ਇੱਕੋ ਦਮ ਆਉਣਾ, ਫਿਰ ਇੱਕ ਨਵੀਂ ਦੁਨੀਆ, ਫਿਰ ਇਹ ਨਹੀਂ ਪਤਾ ਸਾਡੀ ਸਰਾਊਂਡਿੰਗਸ ਕਿਵੇਂ ਦੀ ਹੁੰਦੀਆਂ ਅਤੇ ਕੌਣ ਲੋਕੀ ਆਪਾਂ ਲਈ ਸਹੀ ਨੇ ਕੋਈ ਗਲਤ ਹੈ, ਮਤਲਬ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਰਿਐਲਿਟੀ ਐਕਚੁਅਲੀ ਆ ਹੁੰਦੀ ਹੈ ਜਦ ਪਿੰਡ 'ਚ ਹਰ ਬੰਦਾ ਬਹੁਤ ਇਨੋਸੈਂਟ ਹੁੰਦਾ ਹੈ ਨਾ। ਪਿੰਡ 'ਚ ਜਿਹੜੇ ਲੋਕ ਵਸੇ ਹੋਏ ਨੇ ਉਹ ਬਹੁਤ ਇਨੋਸੈਂਟ ਹੁੰਦੇ ਆ, ਚੁਸਤ ਚਲਾਕੀਆਂ ਤੋਂ ਬਹੁਤ ਦੂਰ ਹੁੰਦੇ ਆ, ਉਹਨਾਂ ਦੀ ਆਪਣੀ ਇੱਕ ਸਾਫ਼ ਪਾਕ ਜ਼ਿੰਦਗੀ ਹੁੰਦੀ ਹੈ ਨਾ। ਉੱਥੋਂ ਦੇ ਜਵਾਕ ਵੀ ਬਹੁਤ ਇਨੋਸੈਂਟ ਹੁੰਦੇ, ਉਹਨਾਂ ਨੂੰ ਦੁਨੀਆਦਾਰੀ ਚਲਾਕੀਆਂ ਬਾਰੇ ਕੁਛ ਨਹੀਂ ਪਤਾ। ਜਦੋਂ ਇੱਥੇ ਆਉਂਦੇ ਨੇ ਕਾਫੀ ਚੀਜ਼ਾਂ ਹੁੰਦੀਆਂ ਜੋ ਉਹਨਾਂ ਨੇ ਪਹਿਲਾਂ ਦੇਖੀਆਂ ਨਹੀਂ ਹੁੰਦੀਆਂ। ਜਸਟ ਲਾਈਕ ਜਿਵੇਂ ਮੈਂ ਸ਼ਹਿਰ 'ਚ ਪਲੀ ਬੜੀ ਹਾਂ ਜਾਂ ਮੈਨੂੰ ਤੁਹਾਡਾ ਨਹੀਂ ਪਤਾ, ਬਟ ਮੇ ਬੀ ਜੇ ਤੁਸੀਂ ਨਿਊਯਾਰਕ ਇੱਕਦਮ ਜਾਓ ਬਹੁਤ ਚੀਜ਼ਾਂ ਹੋ ਗਈਆਂ ਜੋ ਤੁਹਾਨੂੰ ਫੈਸੀਨੇਟ ਕਰੂਗੀਆਂ ਹੈ ਨਾ। ਫੈਸੀਨੇਸ਼ਨ ਹੁੰਦੀ ਆ, ਉਵੇਂ ਉਹਨਾਂ ਨੂੰ ਵੀ ਹੁੰਦੀ ਆ ਅਤੇ ਅਗਮ ਨੂੰ ਵੀ ਹੋਈ, ਅਟਰੈਕਸ਼ਨ ਵੀ ਹੁੰਦੀ ਆ ਬਹੁਤ ਚੀਜ਼ਾਂ 'ਤੇ। ਅਤੇ ਅਗਮ ਦੀ ਆਹ ਜਰਨੀ 'ਚ ਹੀ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਕਿਵੇਂ ਉਹਦੇ ਕੋਲ ਬਹੁਤ ਸਾਰੇ ਆਪਸ਼ਨ ਸੀਗੇ, ਉਹ ਕਿਸ ਚੀਜ਼ਾਂ ਤੋਂ ਫੈਸੀਨੇਟ ਹੋਈ, ਕਿਹੜੀਆਂ ਚੀਜ਼ਾਂ ਉਹਦੇ ਲਈ ਬੋਰਿੰਗ ਸੀਗੀਆਂ, ਕਿਹੜੀ ਚੀਜ਼ਾਂ ਲਾਈਟਲੀ ਲੈਂਦੀ ਸੀ, ਕਿਹੜੀ ਚੀਜ਼ਾਂ ਵੱਲ ਉਹ ਬਹੁਤ ਜ਼ਿਆਦਾ ਐਕਸਾਈਟਮੈਂਟ ਨਾਲ ਵਧੀ ਕਿ ਇਹੋ ਜਿਹਾ ਵਧੀ ਕਿ ਉਹਦੀ ਲਾਈਫ ਹੀ ਕੰਪਲੀਟਲੀ ਚੇਂਜ ਹੋ ਗਈ। ਅਤੇ ਉਹ ਚੀਜ਼ ਤੁਹਾਨੂੰ ਸ਼ਾਹੀ ਮਾਜਰਾ 'ਚ ਦੇਖਣ ਨੂੰ ਮਿਲੂਗੀ। ਬਟ ਐਜ਼ ਅ ਬੀਇੰਗ ਅ ਗਰਲ ਕਿ ਮੈਂ ਦੇਖਿਆ ਇਸ ਦੇ ਵਿੱਚ ਨਾ ਸਾਰੇ ਗਰਲਸ ਦੇ ਰੋਲ ਨੇ ਬਹੁਤ ਡਿਫਰੈਂਟ ਫਲੇਵਰਸ ਨੇ ਕਿ ਇੱਕ ਕੁੜੀ ਇੱਦਾਂ ਦੀ ਵੀ ਹੁੰਦੀ ਹੈ ਅਤੇ ਦੂਜੇ ਪਾਸੇ ਉਹ ਕੁੜੀ ਇੱਦਾਂ ਦੀ ਵੀ ਹੁੰਦੀ ਹੈ। ਅਤੇ ਇਸ ਦੇ ਵਿੱਚ ਸਾਰਾ ਜੇ ਦੇਖਿਆ ਜਾਵੇ ਸਾਰੇ ਇੱਕ ਮੈਂਟਲ ਸਟੇਟ ਦੀ ਹੀ ਸਟੋਰੀ ਹੈ ਕਿ ਹਰ ਕੁੜੀ ਦੀ ਇਹ ਮੈਂਟਲ ਸਟੇਟ ਹੈ, ਉਹਨੂੰ ਰਿਪਰੈਜ਼ੈਂਟ ਕੀਤਾ ਗਿਆ ਪਰਦੇ 'ਤੇ ਦਿਖਾਇਆ ਗਿਆ। ਬਟ ਇਹ ਚੀਜ਼ ਨੂੰ ਬਹੁਤ ਜ਼ਿਆਦਾ ਇਹ ਨਹੀਂ ਲੱਗਦਾ ਕਿ ਟਾਈਮ ਲੱਗ ਗਿਆ ਯਾਰ ਕਿ ਇਹ ਚੀਜ਼ ਇਸ ਤੋਂ ਪਹਿਲਾਂ ਨਹੀਂ ਦੇਖਣ ਨੂੰ ਮਿਲੀ ਹੈ ਕਿ ਇੱਕ ਮੈਂਟਲ ਕੰਡੀਸ਼ਨ ਨੂੰ ਸਮਝਣ ਵਾਲੀ ਚੀਜ਼ ਕੋਈ ਸਾਹਮਣੇ ਆਵੇ ਦਰਸ਼ਕਾਂ ਦੇ? ਆਈ ਥਿੰਕ ਵਿਦ ਦ ਟਾਈਮ ਅਸੀਂ ਸਾਰੇ ਨਵੀਂ ਚੀਜ਼ਾਂ 'ਤੇ ਗੱਲ ਕਰਨ ਲਈ ਕੰਫਰਟੇਬਲ ਹੋ ਰਹੇ ਹਾਂ।
ਜਿਵੇਂ ਪਹਿਲਾਂ ਕੋਈ ਮੈਂਸਟਰਲ ਸਾਈਕਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਸੀ ਹੈ ਨਾ, ਇਟ ਵਾਜ਼ ਸੋ ਅਨਕੰਫਰਟੇਬਲ ਫॉर ਪੀਪਲ, ਬਟ ਅੱਜ ਕੱਲ੍ਹ ਇਟਸ ਨੋਰਮਲ, ਪੀਪਲ ਆਰ ਟਾਕਿੰਗ ਅਬਾਊਟ ਇਟ। ਤਾਂ ਵਿਦ ਟਾਈਮ ਚੇਂਜ ਆਉਂਦਾ ਹੈ। ਉਵੇਂ ਟਾਕਿੰਗ ਅਬਾਊਟ ਮੈਂਟਲ ਹੈਲਥ, ਪਹਿਲਾਂ ਲੋਕ ਨਹੀਂ ਉਸ ਬਾਰੇ ਗੱਲ ਕਰਦੇ ਸੀ, ਐਂਡ ਪਹਿਲਾਂ ਆਈ ਡੋਂਟ ਥਿੰਕ ਸੋ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਜਿਨ੍ਹਾਂ ਕਰਕੇ ਮੈਂਟਲ ਹੈਲਥ ਐਡਾ ਵੱਡਾ ਇਸ਼ੂ ਹੋਵੇ। ਆਹ ਚੀਜ਼ਾਂ ਹੁਣ ਆ ਰਹੀਆਂ ਨੇ, ਠੀਕ ਹੈ, ਬੀ ਇਟ ਡਰੱਗਸ, ਬੀ ਇਟ ਰਿਲੇਸ਼ਨਸ਼ਿਪਸ ਕਰਕੇ, ਔਰ ਬੀ ਇਟ ਕਰੀਅਰ ਕਰਕੇ, ਜਾਂ ਜੋ ਵੀ ਤੁਹਾਡੇ ਲਾਈਫ 'ਚ XYZ ਰੀਜ਼ਨਸ ਆ ਉਹਨਾਂ ਕਰਕੇ ਮੈਂਟਲ ਸਟ੍ਰੈਸ ਹੁਣ ਆ ਰਿਹਾ। ਅਤੇ ਹੁਣ ਹੀ ਇਨੀਸ਼ੀਅਲੀ ਲੋਕ ਉਹਨੂੰ ਸਮਝਦੇ ਵੀ ਨਹੀਂ ਸੀ ਕਿ ਮੈਂਟਲ ਹੈਲਥ ਨੂੰ ਕਲੀਅਰ ਕੱਟ ਜਾਂ ਅਸੀਂ ਪਾਗਲ ਹੈ ਜਾਂ ਨੋਰਮਲ ਹੈ, ਵਿੱਚ ਸਟ੍ਰੈਸਡ, ਡਿਪਰੈਸਡ, ਐਂਗਸ਼ੀਅਸ ਆਹ ਚੀਜ਼ਾਂ ਸੀਗੀਆਂ ਹੀ ਨਹੀਂ। ਵਿਦ ਟਾਈਮ ਉਹ ਚੀਜ਼ਾਂ ਆ ਰਹੀਆਂ ਨੇ, ਹੌਲੀ ਹੌਲੀ ਲੋਕ ਉਸ ਚੀਜ਼ ਬਾਰੇ ਗੱਲ ਕਰਨਾ ਸ਼ੁਰੂ ਹੋਇਆ। ਸਭ ਦਾ ਇੱਕ ਅੱਡ ਟੈਂਪਰਾਮੈਂਟ ਆ, ਸਭ ਦੀ ਇੱਕ ਅੱਡ ਮੈਂਟਲ ਸਟੇਟ ਆ, ਇੱਕ ਬੈਕ ਸਟੋਰੀ ਡਿਫਰੈਂਟ ਆ, ਹੈ ਨਾ, ਬਹੁਤ ਸਾਰੀ ਚੀਜ਼ਾਂ ਹੋਣੀਆਂ। ਜਿਵੇਂ ਲਾਈਫ ਵਿੱਚ ਹੋ ਸਕਦਾ ਵੀ ਕੋਈ ਇਹੋ ਜਿਹੀ ਸਿਚੁਏਸ਼ਨ ਹੋਵੇ ਜਿਹੜੀ ਮੇਰੇ ਲਈ ਨੋਰਮਲ ਹੋਵੇ, ਪਰ ਦੂਜੇ ਬੰਦੇ ਦੇ ਦਿਲ 'ਤੇ ਉਹ ਇਹੋ ਜਿਹਾ ਲੱਗ ਜਾਏ ਕਿ ਉਹਦੇ ਮਨ 'ਤੇ ਇੱਕ ਦਾਗ ਰਹਿ ਜਾਏ ਫॉर ਲਾਈਫ, ਹੈ ਨਾ। So it's all about different backgrounds, different upbringings, different perceptions towards life, ਜਿਸ ਕਰਕੇ ਮੈਂਟਲ ਹੈਲਥ ਲੋਕਾਂ ਦੀ ਇੰਨੀ ਵੈਰੀ ਕਰਦੀ ਹੈ। ਬਟ ਯੈਸ, ਅੱਜ ਦੀ ਡੇਟ 'ਚ ਐਗਜ਼ਿਸਟਿੰਗ ਹੈਗਾ ਐਂਡ ਵੀ ਆਰ ਟਾਕਿੰਗ ਅਬਾਊਟ ਇਟ। ਓਕੇ, ਤੁਹਾਡਾ ਜ਼ਿਆਦਾ ਸਮੇਂ ਨਾ ਲੈਂਦੇ ਹੋਏ ਮੈਂ ਇੱਕ ਲਾਸਟ ਕੁਐਸਚਨ ਪੁੱਛਣਾ ਚਾਹੂੰਗੀ। ਆਪਾਂ ਮੈਂਟਲ ਹੈਲਥ ਦੀ ਗੱਲ ਕੀਤੀ ਹੈ ਜਾਂ ਤੁਹਾਡੇ ਕੇਸ ਦੀ ਵੀ ਗੱਲ ਕਰ ਲਈਏ, ਜੋ ਫਿਲਮ ਦੇ ਵਿੱਚ ਜੋ ਰੋਲ ਹੈ, ਜਾਂ ਤੁਹਾਡੇ ਡਿਫਰੈਂਟ ਫਲੇਵਰਸ ਦੀ ਗੱਲ ਕੀਤੀ ਜਾਵੇ, ਤਾਂ ਇਸ ਦੇ ਵਿੱਚ ਵੀ ਇਹ ਨਹੀਂ ਲੱਗਦਾ ਕਿ ਅੱਜ ਕੱਲ੍ਹ ਦੀ ਬਟ ਜਿਹੜੀ ਰਿਐਲਿਟੀ ਹੈ, ਜਿਹੜਾ ਸਾਰਾ ਕੁਝ ਮੈਂਟਲ ਹੈਲਥ ਹੈ ਜਾਂ ਇਸ਼ੂ ਟਿਕਟੋਕ ਜਾਂ ਸੋਸ਼ਲ ਮੀਡੀਆ ਨੇ ਥੋੜ੍ਹਾ ਜ਼ਿਆਦਾ ਲੋਕਾਂ ਨੂੰ ਵੀ ਕਿ ਯਾਰ ਆਪਾਂ ਨੂੰ ਖਾਬ ਦਿਖਾ ਦਿੰਦੇ, ਉਹ ਪੂਰੇ ਨਹੀਂ ਹੁੰਦੇ, ਲੋਕੀ ਉਹਨੂੰ ਪੂਰਾ ਕਰਨਾ ਚਾਹੁੰਦੇ ਆ ਬਟ ਉਹਨੇ ਆਪਾਂ ਕੈਪੇਬਲ ਨਹੀਂ ਹੁੰਦੇ। ਉਹ ਚੀਜ਼ਾਂ ਕਿਤੇ ਨਾ ਕਿਤੇ ਮੈਂਟਲ ਹੈਲਥ ਨੂੰ ਇਫੈਕਟ ਕਰ ਰਹੀਆਂ ਨੇ। ਇਟਸ ਨਾਟ ਅਬਾਊਟ ਖਾਬ ਦਿਖਾ ਦਿੱਤੇ ਜਾਂਦੇ ਅਤੇ ਪੂਰੇ ਨਹੀਂ ਹੁੰਦੇ ਤਾਂ ਬੰਦਾ ਡਿਪਰੈਸ ਹੋ ਜਾਂਦਾ। ਇਟਸ ਆਲ ਅਬਾਊਟ ਕੰਡੀਸ਼ਨਿੰਗ। ਤੁਸੀਂ ਮੈਂਟਲੀ ਕਿਵੇਂ ਕੰਡੀਸ਼ਨਡ ਹੋ ਰਿਜੈਕਸ਼ਨ ਲੈਣ ਵਾਸਤੇ, ਹੈ ਨਾ, ਜਾਂ ਤੁਹਾਡੇ ਆਸ-ਪਾਸ ਕਿਹੋ ਜਿਹੇ ਲੋਕ ਆ ਜਿਹੜੇ ਤੁਹਾਨੂੰ ਉਸ ਰਿਜੈਕਸ਼ਨ ਦੇ ਟਾਈਮ 'ਤੇ ਤੁਹਾਡਾ ਸਾਥ ਦਿੰਦੇ ਨੇ। ਅੱਜ ਦੀ ਡੇਟ 'ਚ ਵਿਦ ਟਾਈਮ ਹੌਲੀ ਹੌਲੀ ਪੀਪਲ ਆਰ ਬਿਕਮਿੰਗ ਸੈਲਫਿਸ਼, ਹੈ ਨਾ। ਸਭ ਨੂੰ ਆਪਣੇ ਕੰਮ ਤੋਂ ਮਤਲਬ ਹੈਗਾ। ਜੇ ਅੱਜ ਕਿਸੇ ਨੂੰ ਲੋੜ ਹੈਗੀ ਆ, ਉਹ ਤੁਹਾਡੇ ਨਾਲ ਮਿੱਠੇ ਪਿਆਰੇ ਹੋ ਗਏ, ਕੱਲ੍ਹ ਨੂੰ ਲੋੜ ਨਹੀਂ ਹੈਗੀ, ਤੁਸੀਂ ਰੋਵੋ ਤਾਂ ਤੁਹਾਨੂੰ ਉਹਨਾਂ ਦੀ ਲੋੜ ਆ, ਸਪੋਰਟ ਦੀ ਲੋੜ ਨਹੀਂ ਅਵੇਲੇਬਲ ਹੋ ਗਿਆ, ਹੈ ਨਾ। ਤਾਂ ਇਟਸ ਨਾਟ ਅਬਾਊਟ ਸੁਪਨੇ ਦਿਖਾ ਕੇ ਤੋੜ ਦਿੱਤੇ ਜਾਣ ਤਾਂ ਡਿਪਰੈਸ਼ਨ ਹੋ ਰਿਹਾ ਹੈ। ਸਾਰੇ ਸੁਪਨੇ ਪਹਿਲਾਂ ਤੋਂ ਦੇਖਦੇ ਰਹੇ ਨੇ, ਕੁਝ ਟੁੱਟਦੇ ਆ, ਕੋਈ ਪੂਰੇ ਹੁੰਦੇ। ਇਟਸ ਜਸਟ ਅਬਾਊਟ ਕਿ ਅਸੀਂ ਕੰਡੀਸ਼ਨਡ ਐਵੇਂ ਆ ਕਿ ਅਸੀਂ ਕਿਵੇਂ ਰਿਜੈਕਸ਼ਨ ਲੈਣੀ ਆ, ਕਿਵੇਂ ਉਸ ਚੀਜ਼ ਨੂੰ ਰਿਐਕਟ ਕਰਨਾ ਹੈ ਉਸ ਚੀਜ਼ 'ਤੇ, ਜਾਂ ਕਹਿ ਲਓ ਸਾਡੇ ਆਸ-ਪਾਸ ਦਾ ਜੋ ਐਨਵਾਇਰਨਮੈਂਟ ਹੈਗਾ ਆ ਉਹ ਚੀਜ਼ ਬਹੁਤ ਉਹ 'ਤੇ ਡਿਪੈਂਡ ਕਰਦੀ ਹੈ। ਕਿਉਂਕਿ ਜੇ ਬੰਦੇ ਦੇ ਕੁਝ ਸੁਪਨੇ ਵੀ ਹੈਗੇ ਨੇ ਉਸ ਪਰਟੀਕੂਲਰ ਚੀਜ਼ ਨੂੰ ਲੈ ਕੇ ਟੁੱਟ ਗਏ, ਦੇਰ ਇਜ਼ ਆਲਵੇਜ਼ ਸਮਬਡੀ ਜਿਹਦੇ ਨਾਲ ਤੁਸੀਂ ਦਿਲ ਦੀ ਗੱਲ ਕਰੋਗੇ। ਅੱਜ ਕੱਲ੍ਹ ਸ਼ਾਇਦ ਬਹੁਤ ਲੋਕਾਂ ਕੋਲ ਉਹ ਇੱਕ ਬੰਦਾ ਹੈ ਨਹੀਂ ਜਿੱਤੇ ਉਹ ਹੋਲ ਹਾਰਟedly ਟਰਸਟ ਕਰ ਸਕਣ ਅਤੇ ਆਪਣੀ ਹਰ ਦਿਲ ਦੀ ਗੱਲ ਕਰ ਸਕਣ, ਤਾਂ ਕਰਕੇ ਲੋਕ ਆਪਣੇ ਅੰਦਰ ਰੱਖਣ ਲੱਗ ਗਏ ਨੇ। ਦਿਲ ਜੋ ਟੁੱਟਿਆ ਜੇ ਅੰਦਰ ਰਹੂਗਾ ਅਤੇ ਉਹ ਚੀਜ਼ ਅੰਦਰ ਬਣੂਗੀ, ਐਂਡ ਦੈਟ ਇਜ਼ ਵਾਟ ਕਾਜ਼ਸ ਮੈਂਟਲ ਡਿਸਟ੍ਰੈਸ। ਸੋ ਇਨ ਦਾ ਐਂਡ ਤੁਸੀਂ ਐਜ਼ ਅ ਗਰਲ ਕੀ ਕਹਿਣਾ ਚਾਹੋਗੇ? ਵੈਬ ਸੀਰੀਜ਼ ਦੇ ਥਰੂ ਤੁਸੀਂ ਬਹੁਤ ਕੁਝ ਕਹਿ ਚੁੱਕੇ ਹੋ, ਬਹੁਤ ਵਧੀਆ ਇਹਦੇ 'ਚ ਰੀਪ੍ਰੈਜ਼ੈਂਟੇਸ਼ਨ ਹੈ ਜੋ ਹੀ ਹੈ ਇੱਕ ਗਰਲ ਦੇ ਕਰੈਕਟਰ ਨੂੰ ਦਿਖਾਇਆ ਗਿਆ, ਬਟ ਉਸ ਤੋਂ ਸਿਵਾ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਅਬਾਊਟ ਲਾਈਕ being a female? I would say ਕਿ ਇਸ ਵੈਬ ਸੀਰੀਜ਼ ਵਿੱਚ ਅਸੀਂ ਵੈਸੇ ਅੱਡ ਪਰਸਨੈਲਿਟੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ 'ਤੇ ਕੀ ਰਿਸਪੋਂਸਿਬਿਲਿਟੀ ਹੁੰਦੀ ਆ, ਇੱਕ ਰਿਸਪੋਂਸਿਬਿਲਿਟੀ ਰੱਖ ਦਿੱਤੀ ਜਾਂਦੀ ਹੈ, ਤੂੰ ਸਾਡੀ ਇੱਜ਼ਤ ਹੈ, ਰੋਲ ਕੇ ਨਾ ਹੈ, ਜੋ ਵੀ ਇੱਕ ਬਰਡਨ ਪਾ ਦਿੱਤਾ ਜਾਂਦਾ ਹੈ, ਬਟ ਉਹ ਬਰਡਨ ਚੱਕਣ ਵਾਸਤੇ ਕੋਈ ਸਾਥ ਨਹੀਂ ਦਿੰਦਾ। ਜੇ ਕੋਈ ਕਹਿ ਦੇ ਨਾ ਹਾਂ ਤੂੰ ਸਾਡੀ ਇੱਜ਼ਤ ਹੈ, ਤੂੰ ਇੱਜ਼ਤ ਨਹੀਂ, ਰੋਲ ਨਹੀਂ, ਬਟ ਉਹਦੇ 'ਚ ਸਾਥ ਵੀ ਦਿਓ। ਇੱਕ ਕੌਨਸਟੈਂਟ ਗਾਈਡੈਂਸ ਹੋਣੀ ਚਾਹੀਦੀ ਆ, ਅਵੇਅਰਨੈਸ ਹੋਣੀ ਚਾਹੀਦੀ ਆ ਹਰ ਚੀਜ਼ ਨੂੰ ਲੈ ਕੇ। ਤੁਹਾਡਾ ਰਿਸ਼ਤਾ ਇਹੋ ਜਿਹਾ ਹੋਣਾ ਚਾਹੀਦਾ ਆਪਣੀ ਬੇਟੀਆਂ ਨਾਲ, ਆਪਣੀਆਂ ਭੈਣਾਂ ਨਾਲ, ਕਿ ਕੱਲ੍ਹ ਨੂੰ ਉਹਨਾਂ ਨਾਲ ਕੁਝ ਵੀ ਗਲਤ ਹੁੰਦਾ ਹੈ ਉਹ ਆ ਕੇ ਤੁਹਾਡੇ ਨਾਲ ਗੱਲ ਕਰ ਸਕਣ, ਤੁਸੀਂ ਉਹਨਾਂ ਨੂੰ ਉਸ ਚੀਜ਼ ਤੋਂ ਬਚਾ ਸਕੋ। ਕਿਉਂਕਿ ਕੱਲ੍ਹ ਨੂੰ ਜੇ ਉਹ ਗਲਤ ਚੀਜ਼ ਹੋਗੀ ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀ, ਉਹ 'ਤੇ ਤਾਂ ਆਲਰੇਡੀ ਉਹ ਰਿਸਪੋਂਸਿਬਿਲਿਟੀ ਦਾ ਤਾਜ ਦਿੱਤਾ ਹੋਇਆ ਹੈ
ਤੇ ਉਹ ਰਿਸਪੌਂਸਿਬਿਲਿਟੀ ਦੇ ਬਰਡਨ ਦੇ ਨਾਲ ਜੋ ਤੋਂ ਗਲਤੀ ਹੋਈ ਆ ਜਾਂ ਜੇ ਕਿਸੇ ਨੇ ਉਹਦੇ ਨਾਲ ਗਲਤ ਕੀਤਾ ਹੈ, ਜੇ ਤੁਹਾਡੇ ਤੱਕ ਸ਼ੇਅਰ ਨਹੀਂ ਕਰ ਸਕਦੀ, ਉਹਦੇ ਅੰਦਰ ਹੀ ਰਹੂਗਾ। ਕੀ ਪਤਾ ਉਹ ਗਲਤੀ ਛੁਪਾਉਣ ਵਾਸਤੇ 100 ਗਲਤੀਆਂ ਹੋਰ ਕਰ ਜਾਏ, ਜਾਂ ਕੀ ਪਤਾ ਉਹ ਇੱਕ ਗਲਤੀ ਉਹਨੂੰ ਇੰਨਾ ਖਾ ਜਾਏ ਕਿ ਉਹ ਆਪਣੇ ਆਪ ਨੂੰ ਹੀ ਖਤਮ ਕਰ ਲੇ। ਤਾਂ ਰਿਸਪੌਂਸਿਬਿਲਿਟੀ ਹੁੰਦੀ ਆ ਕੁੜੀਆਂ ਤੇ ਵੀ, ਐਂਡ ਫੀਲ ਮੁੰਡਿਆਂ ਤੇ ਵੀ ਹੁੰਦੀ ਆ। ਕੁੜੀਆਂ ਤੇ ਥੋੜਾ ਜ਼ਿਆਦਾ ਐਮਫਸਾਈਜ਼ ਕੀਤਾ ਜਾਂਦਾ ਹੈ ਕਿ ਤੂੰ ਸਾਡੀ ਇੱਜ਼ਤ ਹੈ, ਤੇਰੀ ਜਵਾਬਦਾਰੀ ਆ, ਅਸੀਂ ਉਹ ਰਿਸਪੌਂਸਿਬਿਲਿਟੀ ਲੈਣ ਨੂੰ ਤਿਆਰ ਹਾਂ, ਬਸ ਤੁਸੀਂ ਸਾਡਾ ਸਾਥ ਦੇਣ ਵਾਲੇ ਬਣੋ। ਬਿਲਕੁਲ। ਸੋ ਥੈਂਕ ਯੂ ਸੋ ਮਚ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ। ਤੇ ਵੇਖਦੇ ਹੋ ਚੌਪਾਲ ਤੇ 12 ਅਗਸਤ ਨੂੰ ਵੈਬ ਸੀਰੀਜ਼। ਥੈਂਕ ਯੂ ਸੋ ਮਚ ਗਾਇਸ।